ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਿੱਲੀ ਤੋਂ ਚੱਲ ਕੇ ਆਗਰੇ ਹੁੰਦੇ ਹੋਏ ਬੁਰਹਾਨਪੁਰ ਵਿੱਚ ਪਹੁੰਚੇ ਹੋਏ ਸਨ। ਬੁਰਹਾਨਪੁਰ ਇੱਕ ਸਾਧੂ ਕੋਲ ਠਹਿਰ ਕੇ ਵਿਸ਼ਰਾਮ ਕੀਤਾ। ਜਦ ਰਾਤ ਬੀਤੀ ਤੇ ਫਿਰ ਸਵੇਰ ਹੋਈ ਤਾਂ 2 ਕਾਸਦ ਆਏ। ਬਹਾਦਰ ਸ਼ਾਹ ਨੇ ਇੱਕ ਚਿੱਠੀ ਲਿਖ ਕੇ ਗੁਰੂ ਜੀ ਦੇ ਪਾਸ ਭੇਜੀ ਸੀ। ਬਹਾਦਰ ਸ਼ਾਹ ਨੇ ਬੜੇ ਪ੍ਰੇਮ ਨਾਲ ਚਿੱਠੀ ਲਿਖੀ, ਆ ਕੇ ਦਰਸ਼ਨ ਦਿਓ। ਹੇ ਮੇਰੇ ਮਹਾਪੀਰ, ਇਹੀ ਗੱਲ ਮੈਨੂੰ ਚੰਗੀ ਲੱਗੀ ਹੈ, ਤੁਹਾਡੀ ਮਿਹਰ ਕਰਕੇ ਮੇਰਾ ਮਹਾਨ ਤੇਜ ਹੋ ਗਿਆ ਹੈ। ਆਪ ਜੀ ਵਰਗਾ ਇਸ ਜਹਾਨ ਵਿੱਚ ਦੂਸਰਾ ਕੋਈ ਨਹੀਂ ਹੈ। ਰੰਕ ਨੂੰ ਰਾਜਾ ਬਣਾ ਦਿੰਦੇ ਹੋ, ਕੋਈ ਦੇਰ ਨਹੀਂ ਲੱਗਦੀ। ਜੋ ਤੁਸੀਂ ਫਜ਼ਲ ਕੀਤਾ ਹੈ ਸੋ ਰੱਬ ਨੇ ਫਜ਼ਲ ਕੀਤਾ ਹੈ। ਬਹੁਤ ਦੇਰ ਬੀਤ ਗਈ ਹੈ, ਜਦ ਦੇ ਪਿਛਾੜੀ ਰਹੇ ਹੋ। ਕਿੱਥੇ ਸਿੱਖ ਸੰਗਤ ਦੇ ਪ੍ਰੇਮ ਨੂੰ ਵੇਖ ਰਹੇ ਹੋ। ਮੈਂ ਤੁਹਾਡੇ ਦਰਸ਼ਨਾਂ ਦਾ ਚਾਹਵਾਨ ਹਾਂ। ਹੁਣ ਦੇਰ ਨਾ ਕਰੋ, ਮੇਰੇ ਪ੍ਰੇਮ ਪਿਆਰ ਨੂੰ ਸਮਝੋ। ਇਹ ਸੁਣ ਕੇ ਗੁਰੂ ਜੀ ਨੇ ਫਿਰ ਤਿਆਰੀ ਕਰਵਾਈ ਤੇ ਬਹੁਤ ਛੇਤੀ ਘੋੜਿਆਂ ਉੱਪਰ ਕਾਠੀਆਂ ਪਵਾਈਆਂ। ਸਿੱਖ ਸੰਗਤ ਤੋਂ ਰੁਖਸਤ ਹੋ ਕੇ ਆਪਣੇ ਜਾਣ ਕੇ ਬਹੁਤ ਖੁਸ਼ੀ ਦੇ ਕੇ ਘੋੜੇ ਉੱਪਰ ਸਵਾਰ ਹੋ ਕੇ ਮਾਰਗ ਵਿੱਚ ਚੱਲ ਪਏ। ਨਾਲ ਚਤੁਰ ਖਾਲਸਾ ਵੀ ਚੱਲ ਪਿਆ। ਪੈਂਡਾ ਲੰਘਦੇ ਉੱਥੇ ਜਾ ਪਹੁੰਚੇ ਜਿੱਥੇ ਬਹਾਦਰ ਸ਼ਾਹ ਦੀ ਸਾਰੀ ਫੌਜ ਦਾ ਡੇਰਾ ਸੀ। ਅੱਗੇ ਬਾਦਸ਼ਾਹ ਵੱਡੇ ਘੋੜੇ ਉੱਪਰ ਚੜ੍ਹਿਆ ਜਾ ਰਿਹਾ ਸੀ। ਕਿਸੇ ਦੇ ਨਾਲ ਚੜ੍ਹ ਕੇ ਜਾ ਰਿਹਾ ਸੀ ਤੇ ਮਨੁੱਖ ਥੋੜ੍ਹੇ ਹੀ ਸਨ। ਅਚਾਨਕ ਇੱਧਰ ਸਤਿਗੁਰੂ ਜੀ ਦੀ ਸਵਾਰੀ ਅੱਗੇ ਸਾਹਮਣੇ ਹੋਈ। ਬਾਦਸ਼ਾਹ ਨੇ ਦਰਸ਼ਨ ਕਰਕੇ ਸਿਰ ਨਿਵਾਇਆ ਤੇ ਕੁਝ ਕਹਿਣ ਤੋਂ ਬਗੈਰ ਹੀ ਪ੍ਰੇਮ ਵਧਾਇਆ। ਸੂਰਜ ਰੂਪੀ ਗੁਰੂ ਜੀ ਦੇ ਜਦ ਦਰਸ਼ਨ ਹੋਏ ਤਾਂ ਕੰਵਲ ਰੂਪ ਨੈਣ ਬਹੁਤ ਖਿੜ ਗਏ। ਚੰਗੀ ਗੱਲ ਹੋਈ ਹੈ, ਸਤਿਗੁਰੂ ਜੀ ਆ ਗਏ ਹਨ। ਮੁਰੀਦ ਵਾਂਗ ਸਮਝ ਕੇ ਦਰਸ਼ਨ ਦਿੱਤੇ ਹਨ। ਫਿਰ ਬਹਾਦਰ ਸ਼ਾਹ ਕਹਿਣ ਲੱਗਾ, ਹੇ ਸਤਿਗੁਰੂ ਜੀ, ਬਹੁਤ ਦਿਨ ਬਤੀਤ ਕੀਤੇ ਹਨ। ਇੱਧਰ ਮੈਂ ਤੁਹਾਡੇ ਪਾਸੇ ਮਨ ਲਾਇਆ ਹੈ। ਭਲਾ ਸਥਾਨ ਵੇਖ ਕੇ ਡੇਰਾ ਕਰੋ। ਤੁਸੀਂ ਆਪਣੇ ਚੇਲੇ ਨੂੰ ਨਿਹਾਲ ਕੀਤਾ ਹੈ। ਇਹ ਸੁਣ ਕੇ ਸਤਿਗੁਰੂ ਜੀ ਨੇ ਸਾਰੀ ਗੱਲ ਕੀਤੀ। ਨਗਰ ਵਿੱਚ ਬਹੁਤ ਸੰਗਤ ਸੀ। ਪ੍ਰੇਮ ਕਰ ਕਰ ਪ੍ਰਤੀ ਦਿਨ ਰੱਖਿਆ ਹੈ। ਅਸੀਂ ਬਹੁਤ ਵਾਰ ਚੱਲਣ ਨੂੰ ਆਖਿਆ ਸੀ। ਉੱਥੇ ਇੱਕ ਤਨ ਮਨ ਨਾਲ ਸਾਧ ਪ੍ਰੇਮੀ ਸੀ। ਉਸਨੇ ਬਹੁਤ ਪ੍ਰੇਮ ਕਰਕੇ ਘੋੜਸਵਾਰ ਹੋਣ ਤੋਂ ਰੋਕੀ ਰੱਖਿਆ। ਇਸ ਪ੍ਰਕਾਰ ਕਹਿ ਕੇ ਬਾਦਸ਼ਾਹ ਨੂੰ ਖੁਸ਼ੀ ਦਿੱਤੀ। ਫਿਰ ਸ਼ੁਭ ਸਥਾਨ ਵੇਖ ਕੇ ਡੇਰਾ ਕੀਤਾ। ਬਹੁਤ ਵਿਧੀਆਂ ਨਾਲ ਤਿਆਰ ਕੀਤਾ ਭੋਜਨ ਛਕਿਆ ਅਤੇ ਜਲ ਪੀਤਾ। ਫਿਰ ਸੌਂ ਕੇ ਸੁੱਖ ਨਾਲ ਰਾਤ ਬਤੀਤ ਕੀਤੀ। ਸਵੇਰ ਹੋਣ ਤੇ ਫਿਰ ਕੂਚ ਕਰਕੇ ਅੱਗੇ ਚੱਲ ਪਏ। ਦੱਖਣ ਦੇਸ਼ ਨੂੰ ਭਲੀ ਪ੍ਰਕਾਰ ਵੇਖਦੇ ਪਏ ਸਨ। ਉੱਥੇ ਕਾਲੇ ਰੰਗ ਦੇ ਬਹੁਤ ਇਸਤਰੀ ਪੁਰਸ਼ ਫਿਰਦੇ ਸਨ, ਜਿਹੜੇ ਇੱਕ ਸਾੜੀ ਨੂੰ ਹੀ ਸਾਰੇ ਸਰੀਰ ਉੱਤੇ ਲੈਂਦੇ ਸਨ। ਇਹ ਸਾੜੀ ਤੇੜ ਤੇ ਉੱਪਰ ਨੂੰ ਕੱਜ ਲੈਂਦੀ ਹੈ। ਵਸਤਰ, ਗਹਿਣੇ, ਬੋਲੀ ਅਤੇ ਭੇਸ ਉਸ ਦੇਸ਼ ਵਿੱਚ ਹੋਰ ਹੀ ਰੀਤੀ ਦੇ ਲੋਕ ਦਿਖਾਈ ਦਿੰਦੇ ਹਨ। ਪੂਰਾ ਨਗਰ ਅਤੇ ਨਾਗਪੁਰ ਦੇ ਲੋਕ ਅੱਗੇ ਆ ਕੇ ਭੇਟਾ ਦੇ ਕੇ ਮਿਲੇ। ਇਸ ਪ੍ਰਕਾਰ ਜਿੰਨੇ ਵੀ ਉੱਥੇ ਰਾਜੇ ਸਨ, ਲਸ਼ਕਰ ਵੇਖ ਕੇ ਡਰ ਮੰਨਦੇ ਸਨ। ਉਹ ਆਪਣਾ ਨਾਮ ਆਦਿ ਦੱਸ ਕੇ ਬਾਦਸ਼ਾਹ ਨੂੰ ਮਿਲਦੇ ਸਨ। ਉਹ ਹਾਥੀ, ਘੋੜੇ ਅਤੇ ਬਹੁਤ ਧਨ ਅਰਪਣ ਕਰਦੇ ਸਨ। ਪਹਾੜ, ਜੰਗਲ ਉਲੰਘਦੇ ਗਏ। ਨਗਰ ਪਿੰਡ ਵੇਖਦੇ ਪਏ ਸਨ। ਕਿਸ ਕਿਸ ਦੀ ਗਿਣਤੀ ਕਰਕੇ ਕਹੀਏ। ਪ੍ਰਭੂ ਦੀ ਰਚਨਾ ਸੁੰਦਰ ਅਤੇ ਵਿਚਿੱਤਰ ਦਿਸਦੀ ਹੈ। ਬੌਲੀਆਂ, ਖੂਹ, ਬਾਗ, ਫੁਲਵਾੜੀਆਂ, ਕੇਲੇ ਅਤੇ ਸੁਪਾਰੀਆਂ ਨਾਲ ਭਰੇ ਸਨ। ਵਿਸ਼ਾਲ ਨਗਰਾਂ ਨੂੰ ਵੇਖ ਕੇ ਹੈਰਾਨ ਹੋਏ। ਉਸ ਦੇ ਨੇੜੇ ਡੇਰਾ ਕਰ ਲਿਆ। 8 ਦਿਨ ਉੱਥੇ ਮੁਕਾਮ ਕੀਤਾ। ਤਮਾਮ ਸੰਗਤ ਗੁਰੂ ਜੀ ਦੇ ਦਰਸ਼ਨ ਕਰਦੀ ਸੀ। ਅਨੇਕ ਪ੍ਰਕਾਰ ਦੇ ਉਪਹਾਰ ਅਰਪਣ ਕਰਦੇ ਸਨ ਤੇ ਚਰਨ ਕਮਲਾਂ ਉੱਪਰ ਸੀਸ ਧਰਦੇ ਸਨ। ਜਦ ਦੂਰ ਨੇੜੇ ਵਾਲੇ ਸੁਣਦੇ ਸਨ ਕਿ ਗੁਰੂ ਜੀ ਆਏ ਹਨ ਤਾਂ ਜਿਹੜੇ ਸਿੱਖ ਹੁੰਦੇ ਸਨ ਉਹ ਆ ਕੇ ਦਰਸ਼ਨ ਕਰਦੇ ਸਨ। ਬਹਾਦਰ ਸ਼ਾਹ ਧਨ ਲੈ ਲੈ ਕੇ ਸਾਰੇ ਰਾਜਿਆਂ ਨੂੰ ਆਪਣੇ ਵੱਸ ਵਿੱਚ ਕਰਕੇ ਕੂਚ ਕਰ ਦਿੰਦਾ ਸੀ ਤੇ ਅੱਗੇ ਜਾ ਕੇ ਡੇਰਾ ਲਾਉਂਦਾ ਸੀ। ਰਾਤ ਨੂੰ ਉਤਾਰਾ ਕਰ ਲੈਂਦਾ ਸੀ ਤੇ ਸਵੇਰੇ ਚੱਲ ਪੈਂਦਾ ਸੀ। ਇਸ ਪ੍ਰਕਾਰ ਕਈ ਦਿਨ ਚੱਲਦੇ ਰਹੇ ਤੇ ਫਿਰ ਭਲੀ ਪ੍ਰਕਾਰ ਗੋਦਾਵਰੀ ਨਦੀ ਦੇ ਕਿਨਾਰੇ ਪਹੁੰਚ ਗਏ। ਉੱਥੇ ਭਾਰੀ ਦਲ ਪਹੁੰਚ ਗਏ।
ਸਾਰਿਆਂ ਨੇ ਨਦੀ ਦੇ ਕਿਨਾਰੇ ਡੇਰੇ ਲਾ ਲਏ। ਨਗਰ ਨੰਦੇੜ ਵਿਸ਼ਾਲ ਵਸ ਰਿਹਾ ਸੀ, ਜਿਸ ਵਿੱਚ ਬਹੁਤ ਧਨੀ ਮਨੁੱਖ ਰਹਿੰਦੇ ਸਨ। ਇਹ ਆਦਿਪੁਰੀ ਸਤਯੁਗ ਦੇ ਸਮੇਂ ਤੋਂ ਹੀ ਵਸਦੀ ਆ ਰਹੀ ਹੈ। ਬਹੁਤ ਧਨ ਨਾਲ ਇਹ ਭਰੀ ਹੋਈ ਹੈ। ਤਾਨੇਸ਼ਾਹ ਨੂੰ ਜ਼ੋਰ ਨਾਲ ਮਾਰ ਕੇ ਉਸ ਦੇ ਬਾਅਦ ਵਿੱਚ ਜਿਹੜਾ ਸੂਬੇਦਾਰ ਨਿਯੁਕਤ ਕੀਤਾ ਸੀ, ਉਸਨੇ ਜਦ ਬਾਦਸ਼ਾਹ ਦੇ ਆਉਣ ਬਾਰੇ ਸੁਣਿਆ ਤਾਂ ਉਹ ਬਾਦਸ਼ਾਹ ਨੂੰ ਮਿਲਣ ਵਾਸਤੇ ਉਸੇ ਵੇਲੇ ਤਿਆਰ ਹੋ ਗਿਆ। ਮਰੇ ਹੋਏ ਨੌਰੰਗੇ ਦੀ ਸਾਰੀ ਮਾਇਆ ਉਹ ਤੁਰੰਤ ਹੀ ਲੈ ਕੇ ਆਇਆ। ਮਾਇਆ ਦੇ ਕੇ ਉਹ ਬਾਦਸ਼ਾਹ ਬਹਾਦਰ ਸ਼ਾਹ ਨੂੰ ਮਿਲਿਆ। ਇਹ ਸੁਣ ਕੇ ਹੋਰ ਨਗਰਾਂ ਦੇ ਰਾਜੇ ਵੀ ਆਏ। ਹੈਦਰਾਬਾਦ ਬਹੁਤ ਮਸ਼ਹੂਰ ਸੀ। ਮੂੰਗਾ ਪੱਟਣ ਆਦਿ ਵਿੱਚ ਭਾਰੀ ਧਨ ਹੈ। ਉਹ ਧਨ ਦੇ ਕੇ ਬਹਾਦਰ ਸ਼ਾਹ ਨੂੰ ਮਿਲੇ ਤੇ ਲਸ਼ਕਰ ਦੇ ਵਿੱਚ ਹੀ ਉਹਨਾਂ ਨੇ ਉਤਾਰਾ ਕਰ ਲਿਆ। ਹੋਰ ਕਿੱਥੋਂ ਤੱਕ ਦੇਸ਼ ਅਤੇ ਨਗਰੀਆਂ ਗਿਣ ਕੇ ਸਾਰੀ ਕਥਾ ਸੁਣਾਈਏ। ਦੂਰੋਂ ਨੇੜਿਓਂ ਜਿੱਥੋਂ ਕਿੱਥੋਂ ਵੀ ਰਾਜੇ ਆਏ, ਧਨ ਦੇ ਕੇ ਉਹ ਸਾਰੇ ਆ ਕੇ ਮਿਲੇ। ਗੁਰੂ ਜੀ ਨੇ ਉਸ ਦਾ ਪ੍ਰਤਾਪ ਪਿਤਾ ਤੋਂ ਵੀ ਵੱਡਾ ਕਰ ਦਿੱਤਾ। ਸ਼ਾਹ ਬਹਾਦਰ ਜੱਗ ਵਿੱਚ ਕਹਿੰਦੇ ਸਨ, ਕੋਈ ਵੀ ਉਸ ਅੱਗੇ ਅੜਿਆ ਨਹੀਂ। ਸਾਰੇ ਧਨ ਲੈ ਕੇ ਅੱਗੋਂ ਆ ਕੇ ਮਿਲਦੇ ਸਨ ਤੇ ਅਨੇਕ ਪ੍ਰਕਾਰ ਦੀਆਂ ਭੇਟਾਂ ਦਿੰਦੇ ਸਨ। ਨੰਦੇੜ ਨਗਰ ਦੇ ਬਾਹਰਵਾਨ ਦੇ ਸਥਾਨ ਉੱਪਰ ਸਤਿਗੁਰੂ ਜੀ ਨੇ ਉਤਾਰਾ ਕਰਕੇ ਆਪਣਾ ਬਣਾ ਲਿਆ। ਕਹਿਣ ਲੱਗੇ, ਇਹ ਸਾਡੀ ਪੁਰਾਤਨ ਭੂਮੀ ਹੈ, ਦੂਸਰੇ ਦੀ ਮਾਲਕੀ ਅਸੀਂ ਦੂਰ ਕੀਤੀ ਹੈ। ਇੱਕ ਮੁਗਲ ਨਗਰ ਵਿੱਚ ਵਸਦਾ ਸੀ। ਪੁਸ਼ਤਾਂ ਤੋਂ ਇਹ ਥਾਂ ਉਸ ਦੀ ਚਲੀ ਆਉਂਦੀ ਸੀ। ਉਸਨੇ ਗੁਰੂ ਜੀ ਦੇ ਡੇਰੇ ਬਾਰੇ ਸੁਣ ਕੇ ਝਗੜਾ ਕੀਤਾ। ਇਸ ਗੱਲ ਨੂੰ ਸਾਰਾ ਨਗਰ ਜਾਣਦਾ ਹੈ। ਹੁਣ ਜੇ ਬਲ ਕਰਕੇ ਖੋਹ ਲਵੋਗੇ ਤਾਂ ਪੁੱਤ ਪੋਤੇ ਆਪਣੀ ਧਰਤੀ ਪਛਾਣ ਲੈਣਗੇ। ਇਸ ਪ੍ਰਕਾਰ ਉਸਨੇ ਬਹੁਤ ਝਗੜਾ ਕੀਤਾ ਤੇ ਬਹਾਦਰ ਸ਼ਾਹ ਤੱਕ ਚੱਲ ਕੇ ਗਿਆ। ਸਤਿਗੁਰੂ ਜੀ ਕਹਿੰਦੇ ਸਨ, ਸਾਡਾ ਸਥਾਨ ਹੈ, ਇਸ ਦਾ ਮਾਲਕ ਹੋਰ ਕੋਈ ਨਹੀਂ ਹੈ। ਮੁਗਲ ਕਹਿੰਦਾ ਸੀ, ਇਹ ਪੁਸ਼ਤਾਂ ਤੋਂ ਮੇਰਾ ਹੈ, ਮੈਂ ਕਿਤੇ ਲੁਕਿਆ ਨਹੀਂ ਹਾਂ, ਸਾਰਾ ਨਗਰ ਮੈਨੂੰ ਜਾਣਦਾ ਹੈ। ਬਾਦਸ਼ਾਹ ਨੂੰ ਇਸ ਗੱਲ ਦਾ ਸ਼ੰਕਾ ਹੋ ਗਿਆ। ਗੁਰੂ ਜੀ ਕਦੇ ਝੂਠ ਨਹੀਂ ਬੋਲ ਸਕਦੇ ਹਨ। ਬਹੁਤ ਦੇਰ ਤੋਂ ਇਹ ਸਥਾਨ ਮੇਰਾ ਹੈ। ਮੁਗਲ ਨਗਰ ਵਾਸੀਆਂ ਦੀ ਗਵਾਹੀ ਪੇਸ਼ ਕਰਦਾ ਸੀ। ਬਾਦਸ਼ਾਹ ਨੇ ਗੁਰੂ ਜੀ ਦੇ ਪਾਸ ਬੇਨਤੀ ਕਹਿ ਕੇ ਭੇਜੀ, ਸਭ ਸਥਾਨ ਆਪ ਜੀ ਦੇ ਹਨ। ਜੇ ਇਸ ਸਥਾਨ ਦੀ ਅਭਿਲਾਸ਼ਾ ਧਾਰਨ ਕਰਦੇ ਹੋ ਤਾਂ ਕੋਈ ਇੱਕ ਪਤਾ ਵਿਖਾਓ। ਜੇ ਇਹ ਆਪ ਜੀ ਦੀ ਹੋਵੇਗੀ ਤਾਂ ਇੱਥੇ ਹੀ ਰਹੋ, ਫਿਰ ਕੋਈ ਬਾਅਦ ਵਿੱਚ ਝਗੜਾ ਨਹੀਂ ਕਰੇਗਾ। ਜੇ ਤਾਕਤ ਕਰਕੇ ਇਸ ਦੀ ਧਰਤੀ ਖੋਵੋਗੇ ਤਾਂ ਇਸ ਵਾਰ ਮੈਂ ਝਿੜਕਾਂਗਾ ਤੇ ਵਰਜਾਂਗਾ। ਇਸ ਸਥਾਨ ਵਿਖੇ ਜਦ ਤੱਕ ਜਿਉਂਦੇ ਰਹੋ ਤਦ ਤੱਕ ਕੋਈ ਵੀ ਝਗੜਾ ਨਹੀਂ ਕਰ ਸਕੇਗਾ, ਫਿਰ ਬਾਅਦ ਵਿੱਚ ਝਗੜਾ ਉੱਠ ਖੜਾ ਹੋਵੇਗਾ। ਇਸ ਕਰਕੇ ਇਸ ਨੂੰ ਬੇਬੁਨਿਆਦ ਜਾਣੋ। ਜਿਵੇਂ ਮੁਗਲ ਨਗਰ ਦੀ ਗਵਾਹੀ ਦਿੰਦਾ ਹੈ, ਉਹ ਦੱਸਦਾ ਹੈ ਇਹ ਸਥਾਨ ਉਸ ਪਾਸ ਹੈ, ਉਸ ਤਰ੍ਹਾਂ ਹੀ ਤੁਸੀਂ ਕੁਝ ਪਤਾ ਬਤਾਓ ਤੇ ਬੁਨਿਆਦ ਸਹਿਤ ਧਰਤੀ ਪਾਓ। ਫਿਰ ਕੋਈ ਵੀ ਲਾਗੂ ਨਹੀਂ ਹੋਣ ਦੇਵੇਗਾ। ਗਵਾਹੀ ਵੇਖ ਕੇ ਉਹ ਚੁੱਪ ਧਾਰਨ ਕਰ ਲਵੇਗਾ। ਜਦ ਯਥਾਰਥ ਗੱਲ ਸੁਣਾਈ ਤਾਂ ਸਤਿਗੁਰੂ ਜੀ ਨੇ ਉਸੇ ਵੇਲੇ ਮੰਨ ਲਿਆ ਤੇ ਸਾਰੀ ਗੱਲ ਕਹੀ। ਮੁਗਲ ਨਗਰ ਦੇ ਮੁਖੀਏ ਲੈ ਕੇ ਆਵੇ, ਕਾਜ਼ੀ ਮੁਫਤੀ ਸਾਰਿਆਂ ਨੂੰ ਨਾਲ ਮਿਲਾਵੇ। ਤੁਸੀਂ ਆਪਣੇ ਉਮਰਾਵ ਭੇਜੋ ਤੇ ਧਰਤੀ ਦੇ ਝਗੜੇ ਨੂੰ ਸਦਾ ਲਈ ਖਤਮ ਕਰ ਦਿਓ। ਯਥਾਯੋਗ ਜਿਸ ਦੀ ਹੋਵੇ ਉਸ ਨੂੰ ਦੇ ਦਿਓ, ਜਿਹੜਾ ਝੂਠ ਬੋਲੇ ਉਸ ਨੂੰ ਹਟਾ ਦਿਓ। ਗੁਰੂ ਜੀ ਦੀ ਯਥਾਰਥ ਗੱਲ ਸੁਣ ਕੇ ਮੁਗਲ ਨੇ ਨਗਰ ਦੇ ਬਹੁਤ ਮਨੁੱਖ ਇਕੱਠੇ ਕੀਤੇ। ਨਗਰ ਦੇ ਸਾਰੇ ਪ੍ਰਧਾਨ ਮਨੁੱਖ ਆਏ। ਬਾਦਸ਼ਾਹ ਦੇ ਨੇੜੇ ਰਹਿਣ ਵਾਲੇ ਵੀ ਬਹੁਤ ਆਏ। ਹਜ਼ਾਰਾਂ ਮਨੁੱਖ ਇਕੱਠੇ ਹੋ ਕੇ ਆਏ। ਬਾਦਸ਼ਾਹ ਨੇ ਤਾਕੀਦ ਕਰ ਕਰ ਭੇਜੇ ਸਨ। ਸਾਰੇ ਆ ਕੇ ਗੁਰੂ ਜੀ ਦੇ ਪਾਸ ਬੈਠ ਗਏ। ਫਿਰ ਮੁਗਲ ਨੇ ਝਗੜਾ ਪ੍ਰਗਟ ਕੀਤਾ। ਪੁਸ਼ਤਾਂ ਤੋਂ ਇਹ ਸਾਡਾ ਸਥਾਨ ਹੈ। ਆਲੇ ਦੁਆਲੇ ਦੇ ਸਾਰੇ ਲੋਕ ਇਸ ਬਾਰੇ ਜਾਣਦੇ ਹਨ। ਇਸ ਥਾਂ ਸਾਰਿਆਂ ਨੂੰ ਪੁੱਛ ਲਓ। ਜੇ ਕੋਈ ਸੀਨਾ ਜ਼ੋਰੀ ਕਰਕੇ ਖੋਂਦਾ ਹੈ ਤਾਂ ਫਿਰ ਮੇਰਾ ਵਸ ਨਹੀਂ ਚੱਲਦਾ। ਬਾਦਸ਼ਾਹ ਸਭ ਸਥਾਨਾਂ ਦਾ ਮਾਲਕ ਹੈ। ਫਿਰ ਗੁਰੂ ਜੀ ਨੇ ਸਾਰਿਆਂ ਦੇ ਵਿੱਚ ਕਿਹਾ, ਲੱਖਾਂ ਬਰਸਾਂ ਤੋਂ ਇਸ ਥਾਂ ਨੂੰ ਸੰਭਾਲਦੇ ਰਹੇ ਹਾਂ ਤੇ ਇਹ ਥਾਂ ਸਾਡਾ ਹੈ। ਜਦ ਕਿਤੇ ਕਿਨਾਰਾ ਕਰਕੇ ਚਲੇ ਗਏ ਹਾਂ ਤਾਂ ਦੂਸਰਾ ਲੈ ਕੇ ਇਸ ਦਾ ਮਾਲਕ ਬਣ ਗਿਆ ਹੈ। ਇਸ ਵਿੱਚ ਬੜਾ ਪੁਰਾਣਾ ਆਸ਼ਰਮ ਬਣਿਆ ਹੈ। ਜੇ ਕਹਿਣ ਉੱਪਰ ਨਿਸ਼ਚਾ ਨਹੀਂ ਆਉਂਦਾ ਹੈ ਤਾਂ ਅਸੀਂ ਸਭ ਨੂੰ ਉਸ ਦੇ ਚਿੰਨ੍ਹ ਵਿਖਾ ਦਿੰਦੇ ਹਾਂ। ਫਿਰ ਸਤਿਗੁਰੂ ਜੀ ਨੇ
ਇੱਕ ਤੀਰ ਆਪਣੇ ਪੱਥੇ ਵਿੱਚੋਂ ਕੱਢਿਆ ਤੇ ਜਿੱਥੇ ਸਤਿਗੁਰੂ ਜੀ ਨੇ ਡੇਰਾ ਲਾਇਆ ਸੀ ਉਸ ਜਗ੍ਹਾ ਤੋਂ ਉਹ ਤੀਰ ਆਪਣੇ ਕਮਾਨ ਵਿੱਚੋਂ ਛੱਡਿਆ। ਜਿੱਥੇ ਜਾ ਕੇ ਉਹ ਤੀਰ ਲੱਗਿਆ ਉੱਥੇ ਗੁਰੂ ਜੀ ਨੇ ਕਈ ਆਦਮੀਆਂ ਨੂੰ ਖੁਦਾਈ ਕਰਨ ਵਾਸਤੇ ਲਾ ਦਿੱਤਾ। ਬਹੁਤ ਡੂੰਘਾ ਥਾਂ ਖੁਦਵਾਇਆ। ਉੱਥੇ ਇੱਕ ਭਸਮ ਦੀ ਢੇਰੀ ਨਿਕਲੀ ਜਿੱਥੇ ਬਹੁਤ ਵੱਡਾ ਆਸਨ ਪਿਆ ਸੀ। ਫਿਰ ਸਤਿਗੁਰੂ ਜੀ ਨੇ ਕਿਹਾ, ਹੋਰ ਪੁੱਟ ਲਵੋ, ਕਰ ਮੰਡਲ ਤੇ ਮਾਲਾ ਵਿਖਾਓ। ਦੁਸ਼ਟ ਦਮਨ ਜਿਸ ਤਨ ਵਿੱਚ ਨਾਮ ਸੀ ਉਹ ਉਸ ਸਮੇਂ ਤੀਬਰ ਅਤੇ ਸੁੰਦਰ ਤਪ ਕਰਦੇ ਸਨ। ਹਜ਼ਾਰਾਂ ਸਾਲ ਇਸ ਸਥਾਨ ਵਿਖੇ ਰਹਿ ਕੇ ਸਰੀਰ ਦੇ ਸਾਰੇ ਕਸ਼ਟ ਬਰਦਾਸ਼ਤ ਕੀਤੇ ਹਨ। ਫਿਰ ਕੁਝ ਹੋਰ ਅੱਗੇ ਖੁਦਾਈ ਕੀਤੀ। ਫਿਰ ਸਤਿਗੁਰੂ ਜੀ ਦੀ ਮਾਲਾ ਦਿਖਾਈ ਦਿੱਤੀ। ਤਪ ਦਾ ਪ੍ਰਭਾਵ ਕਰਕੇ ਉਸ ਤਰ੍ਹਾਂ ਹੀ ਆਸਣ ਪਿਆ। ਬਹੁਤ ਪੁਰਾਣਾ ਹੋ ਗਿਆ ਸੀ ਪਰ ਗਲਿਆ ਨਹੀਂ ਸੀ। ਫਿਰ ਕਰ ਮੰਡਲ ਅਤੇ ਤੁੰਬੇ ਨੂੰ ਵੇਖਿਆ। ਮਹਾਤਪੀ ਦੀਆਂ ਦੋਵੇਂ ਚੀਜ਼ਾਂ ਉਸ ਤਰ੍ਹਾਂ ਹੀ ਪਈਆਂ ਸਨ। ਸਾਰੇ ਇਹ ਅਵਸਥਾ ਵੇਖ ਕੇ ਬਹੁਤ ਹੈਰਾਨ ਹੋਏ। ਧੰਨ ਧੰਨ ਗੁਰੂ ਜੀ ਸਭ ਨੇ ਕਿਹਾ। ਪ੍ਰੀਤ ਪ੍ਰਤੀਤ ਸਾਰਿਆਂ ਦੀ ਲਈ ਤੇ ਉਸੇ ਸਮੇਂ ਚਰਨਾਂ ਉੱਪਰ ਬੰਦਨਾ ਕੀਤੀ। ਸਤਿਗੁਰੂ ਜੀ ਨੇ ਪਤਾ ਲਿਖ ਕੇ ਸਾਰਿਆਂ ਨੂੰ ਸੁਣਾ ਦਿੱਤਾ। ਇੱਕ ਯੋਜਨ ਤੱਕ ਤਪੱਸਵੀ ਦੀ ਸਾਰੀ ਭੂਮੀ ਹੈ। ਇਸ ਥਾਂ ਸਾਡੇ ਸਿੱਖ ਪੂਰਨ ਤੌਰ ਤੇ 4 ਚੁਫੇਰੇ ਫੈਲੇ ਹੋਏ ਸਨ। ਇਸ ਥਾਂ ਇੱਕ ਬਹੁਤ ਵੱਡਾ ਆਸ਼ਰਮ ਸੀ ਜਿੱਥੋਂ ਪੁੱਟ ਕੇ ਬਹੁਤ ਭਸਮ ਕੱਢੀ ਹੈ। ਇੱਥੇ ਅਸੀਂ ਬਹੁਤ ਦੇਰ ਤੱਕ ਆਸਣ ਲਾ ਕੇ ਬੈਠੇ ਸੀ। ਹੁਣ ਅਸੀਂ ਸਾਰਿਆਂ ਨੂੰ ਪਤਾ ਵਿਖਾ ਦਿੱਤਾ ਹੈ। ਹੁਣ ਤਾਂ ਇਹ ਸਥਾਨ ਸਾਡਾ ਹੋ ਗਿਆ ਹੈ। ਫਿਰ ਵੀ ਅਸੀਂ ਇਸ ਦਾ ਮੁੱਲ ਮੁਗਲ ਨੂੰ ਦੇ ਦਿੰਦੇ ਹਾਂ। ਮੁੱਲ ਲੈ ਕੇ ਇਸ ਸਥਾਨ ਦਾ ਦਾਵਾ ਛੱਡ ਦੇਵੇ। ਸਤਿਗੁਰੂ ਜੀ ਨੇ ਦਿਨਾਰ ਵਿਛਾ ਦਿੱਤੇ। ਜਿੱਥੋਂ ਤੱਕ ਹੁਣ ਤੱਕ ਦਰਬਾਰ ਹੈ। ਮੁਗਲ ਨੇ ਪ੍ਰਸੰਨ ਹੋ ਕੇ ਉਹ ਮੋਹਰਾਂ ਲੈ ਲਈਆਂ। ਉਸ ਨੂੰ ਕੋਈ ਗੱਲ ਨਾ ਆਈ। ਮੁਖ ਤੋਂ ਚੁੱਪ ਹੀ ਰਿਹਾ। ਬੈਨਾਮਾ ਉਸ ਮੁਗਲ ਦੇ ਹੱਥ ਤੋਂ ਲਿਖਵਾਇਆ ਤੇ ਰਾਜ਼ੀਨਾਮਾ ਸਾਰਾ ਪੜ੍ਹ ਕੇ ਸੁਣਾਇਆ। ਫਿਰ ਸਾਰਿਆਂ ਦੇ ਉੱਪਰ ਗਵਾਹੀ ਪਵਾਈ, ਇਸ ਦਾ ਵੰਸ਼ ਕੋਈ ਝਗੜਾ ਨਾ ਉਠਾਵੇ। ਯਥਾਯੋਗ ਕਰਕੇ ਸਾਰੇ ਚਲੇ ਗਏ ਤੇ ਬਾਦਸ਼ਾਹ ਦੇ ਪਾਸ ਜਾ ਕੇ ਕਹਿਣ ਲੱਗੇ। ਪ੍ਰਸੰਗ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋ ਕੇ ਪ੍ਰਸੰਨ ਹੋਇਆ। ਫਿਰ ਆਪਣਾ ਕਾਗਜ਼ ਲਿਖ ਕੇ ਭੇਜ ਦਿੱਤਾ। 1 ਯੋਜਨ ਤੱਕ ਗੁਰੂ ਜੀ ਦਾ ਸਥਾਨ ਹੈ। ਕੋਈ ਵੀ ਦਾਵਾ ਨਾ ਕਰੇ। ਇਹ ਜਾਣ ਲਓ ਸਾਰੇ ਸ਼ਹਿਰਾਂ ਵਿੱਚ ਇਹ ਗਾਥਾ ਪ੍ਰਗਟ ਹੋ ਗਈ। ਗੁਰੂ ਜੀ ਨੇ ਭੂਮੀ ਮੱਲ ਲਈ ਹੈ। ਫਿਰ ਉੱਥੇ ਡੇਰਾ ਭਲੀ ਪ੍ਰਕਾਰ ਜਮਾਇਆ। ਸੋ ਸਾਧ ਸੰਗਤ ਜੀ, ਜਿਹੜਾ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪ੍ਰਗਟ ਕੀਤਾ ਸੀ ਉੱਥੇ ਅੱਜ ਗੁਰਦੁਆਰਾ ਸੱਚਖੰਡ ਸ੍ਰੀ ਨੰਦੇੜ ਸਾਹਿਬ ਸੁਸ਼ੋਭਿਤ ਹੈ। ਲੱਖਾਂ ਹੀ ਸੰਗਤਾਂ ਉੱਥੇ ਜਾ ਕੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੀਆਂ ਹਨ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।